जी भाषा लिखी हुई है जो कि कोई पढ़ ही नहीं सकता। ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਾਰਤਿਕ ਸਾਊਥ ਇੰਡੀਅਨ ਰੈਸਟੋਰੈਂਟ ਤੇ ਦੂਜੇ ਪਾਸੇ ਤਮਿਲ ਦੇ ਵਿੱਚ ਕਿਸੇ ਨੂੰ ਵੀ ਪੁੱਛ ਲਈਏ ਕਿ ਕੀ ਲਿਖਿਆ ਹੋਇਆ ਤੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗਿਆ ਕਿ ਲਿਖਿਆ ਕੀ। ਤੁਸੀਂ ਚੰਡੀਗੜ੍ਹ ਦੇ ਵਿੱਚ ਆ ਕੇ ਆਪਣਾ ਰੈਸਟੋਰੈਂਟ ਓਪਨ ਕੀਤਾ ਹੈ ਤੇ ਤੁਸੀਂ ਆਪਣੀ ਮਾਂ ਭਾਸ਼ਾ ਜਿਹੜੀ ਹੈਗੀ ਮਾਂ ਬੋਲੀ ਉਸ ਤੁਸੀਂ ਇੱਥੇ ਪ੍ਰਮੋਟ ਕਰ ਰਹੇ ਹੋ। ਕਿਸ ਤਰੀਕੇ ਨਾਲ ਤੁਹਾਨੂੰ ਆਈਡੀਆ ਹੈ ਕਿ ਇੱਥੇ ਤਾਂ ਕਿਸੇ ਨੂੰ ਸਮਝ भी नहीं आता लिखा अपने लिखे है ना, अपना दुकान है कहा तहाँ करके लिखे है। जो पंजाबी अभी तो सिखाया ही नहीं ना, यहाँ पे स्कूल में भी पंजाबी नहीं है, ठीक है, वो हिंदी इंग्लिश है। ਤੇ ਆ ਬੋਰਡ ਵੀ ਦੇਖ ਲਓ, ਰਿਸੈਪਸ਼ਨ ਤੇ ਆ ਬੋਰਡ ਲੱਗਿਆ ਹੋਇਆ ਹੈ ਜਿਸ ਦੇ ਉੱਪਰ ਕੀ ਜੋ ਲਿਖਿਆ ਹੋਇਆ ਹੈ ਉਹ ਤਮਿਲ ਦੇ ਵਿੱਚ ਲਿਖਿਆ। ਅੱਛਾ ਤੁਸੀਂ ਇਹ ਦੱਸੋਗੇ ਆ ਕੀ ਲਿਖਿਆ ਹੋਇਆ ਤਮਿਲ 'ਚ? वनकम। ਅੱਛਾ ਨਮਸਤੇ, ਓਕੇ ਵਣਕਮ ਲਿਖਿਆ ਹੋਇਆ ਜਿਸ ਦਾ ਮਤਲਬ ਹੈਗਾ ਨਮਸਕਾਰ। ਇੱਕ ਵੀ ਦੁਕਾਨ ਤੇ ਤੁਹਾਨੂੰ ਪੰਜਾਬੀ ਦਾ ਬੋਰਡ ਨਹੀਂ ਮਿਲਦਾ, ਪਰ ਦੂਜੀ ਸਟੇਟ ਤੋਂ ਆ ਕੇ ਅਗਲੇ ਆਪਣੀ ਮਾਤਰ ਭਾਸ਼ਾ ਦੇ ਵਿੱਚ ਬੋਰਡ ਲਿਖਦੇ ਨੇ। ਸਵਾਲ ਇਹ ਬਣਦਾ ਕਿ ਪੰਜਾਬੀਆਂ ਨੂੰ ਕਿਹੜੀ ਮੌਤ ਪੈ ਰਹੀ ਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਦੀ ਗੱਲ ਕਰੀਏ ਤੇ ਉੱਥੇ ਮਹੱਲਾ ਪਹਿਲਾ ਮਹੱਲਾ ਦੂਜਾ ਗੁਰੂਆਂ ਨੂੰ ਮਹੱਲੇ ਦੇ ਹਿਸਾਬ ਨਾਲ ਸੰਬੋਧਨ ਕੀਤਾ ਜਾਂਦਾ। ਗੱਲ ਇੱਥੇ ਆ ਗਈ ਹੈ ਉਹਦੇ 'ਚ ਜੇ ਬੱਚਿਆਂ ਨੂੰ ਪੁੱਛ ਲਿਆ ਜਾਵੇ ਨਾ ਕਿ ਮਹੱਲਾ ਤੀਜਾ ਕਿਹੜਾ ਜਾਂ ਮਹੱਲਾ ਚੌਥਾ ਕਿਹੜਾ, ਅਸੀਂ ਉੱਥੇ ਆ ਚੁੱਕੇ ਹਾਂ, ਸਾਨੂੰ ਉਹ ਵੀ ਨਹੀਂ ਪਤਾ ਕਿ ਨਹੀਂ ਜੀ ਨਹੀਂ। ਪੰਜਾਬੀ ਤਾਂ ਗਵਾਰਾਂ ਦੀ ਭਾਸ਼ਾ ਆ। ਆਸਟ੍ਰੇਲੀਆ ਦੇ ਵਿੱਚ ਸੈਕੰਡ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ। ਕੈਨੇਡਾ ਦੇ ਵਿੱਚ ਸੈਕੰਡ ਆਫੀਸ਼ੀਅਲ ਲੈਂਗੁਏਜ ਹੋਗੀ ਪੰਜਾਬੀ। ਪੰਜਾਬੀ ਦੀ ਹਿੰਦੀ ਦੀ ਸੰਸਕ੍ਰਿਤ ਦੀ ਇੱਕ ਖਾਸ ਦੁਸ਼ਮਣੀ ਆ ਜਿਹਦੇ ਬਾਰੇ ਜ਼ਿਆਦਾਤਰ ਬੱਚਿਆਂ ਨੂੰ ਪਤਾ ਹੀ ਨਹੀਂ ਆ। ਜੇਕਰ ਤੁਹਾਡੇ ਤੋਂ ਪੁੱਛੀਏ ਤਾਂ ਤੁਹਾਨੂੰ 79 89 99 ਇਹਨਾਂ ਦਾ ਪਤਾ ਹੈ? 79 79 ਹੋ ਗਿਆ, 89 ਹੋ ਗਿਆ ਆਪਣਾ 99 90 99 99। ਸਾਨੂੰ ਇੰਗਲਿਸ਼ ਆਉਂਦੀ ਹੈ ਤਾਂ ਅਸੀਂ ਥੋੜੇ ਜੈਂਟਲਮੈਨ ਜ਼ਿਆਦਾ ਆ, लोग अपनी बोली तो थोड़ा इस करके थोड़ा बच्चों तो ही सिखाना चाहिए। बोर्ड जो है वो इंग्लिश में लगा हुआ है लेकिन कोई बोर्ड यहाँ पे पंजाबी में नहीं लिखा हुआ। फर्क नहीं पड़ता इंग्लिश में क्यों लिखा है, हम हिंदुस्तानी है, हिंदी में क्यों नहीं लिखा। ਸਤਿ ਸ਼੍ਰੀ ਅਕਾਲ, ਸਕਰੋਲ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕਵਿਤਾ ਤੇ ਅੱਜ ਅਸੀਂ ਚੰਡੀਗੜ੍ਹ ਦੇ ਸੈਕਟਰ 15 ਦੇ ਵਿੱਚ ਖੜੇ ਆ। ਹਾਲਾਂਕਿ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪੰਜਾਬੀ यानी साडी माँ बोली जो हैगी वो गवाचती हुई नज़र आ रही है। तो हुण सरकार दे वल्लों भी हुक्म जारी कर दिते गए ने कि हुण जिन्ने भी बोर्ड लगदे आ दुकानां दे बाहर वो पंजाबी दे विच लिखे होणगे। लेकिन अज जिथे असीं आए असीं तुहानूं इत्थे इह दिखावांगे कि इत्थे जिन्ने कि भी बोर्ड लगे हुए हैं ना उत्थे सारे ही बोर्ड इंग्लिश दे विच लिखे हुए हैं। लेकिन एक बोर्ड अजिहा है जिस दे विच जो इंग्लिश दे विच तां लिखिया होया ते नाल एक अजिही लैंगुएज लिखी हुई है, अजिही भाषा लिखी हुई है जो कि कोई पढ़ ही नहीं सकता। तुहानूं तस्वीरां दिखा दिंदे आ, बिल्कुल उपर तस्वीरां जिथे कि लिखिया होया है कार्तिक साउथ इंडियन रेस्टोरेंट ते दूजे पासे तमिल दे विच ਇਹ ਲਿਖਿਆ ਹੋਇਆ ਹੈ, ਸੇਮ ਚੀਜ਼ ਲਿਖੀ ਹੋਈ ਹੈ। ਲੇਕਿਨ ਜੇਕਰ ਇੱਥੇ ਅਸੀਂ ਗੱਲ ਕਰੀਏ ਨਾ ਕਿਸੇ ਨੂੰ ਵੀ ਪੁੱਛ ਲਈਏ ਕਿ ਕੀ ਲਿਖਿਆ ਹੋਇਆ ਤੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਲੱਗਿਆ ਕਿ ਲਿਖਿਆ ਕਿਉਂ, ਹਾਲਾਂਕਿ ਉਹ ਆਈਡੀਆ ਜ਼ਰੂਰ ਲਗਾ ਲੈਣਗੇ। ਲੇਕਿਨ ਜੇਕਰ ਗੱਲ ਕਰੀਏ ਪੰਜਾਬੀ ਦੀ ਪੰਜਾਬੀਅਤ ਦੀ ਤਾਂ ਪੰਜਾਬ ਦੇ ਵਿੱਚ ਵਸਦੇ ਲੋਕ ਹੀ ਇਸ ਭਾਸ਼ਾ ਨੂੰ ਯਾਨੀ ਆਪਣੀ ਮਾਂ ਬੋਲੀ ਨੂੰ ਭੁੱਲਦੇ ਹੋਏ ਨਜ਼ਰ ਆਏ। ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾ ਦਿੰਦੇ ਹਾਂ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਏਅਰਟੈਲ SR ਇਹਨਾਂ ਸਾਰਿਆਂ ਦੇ ਨਾਮ ਲਿਖੇ ਹੋਏ ਆ ਪਰ ਇੰਗਲਿਸ਼ ਦੇ ਵਿੱਚ ਲਿਖੇ ਹੋਏ, ਕਿਸੇ ਦੇ ਵੱਲੋਂ ਵੀ ਪੰਜਾਬੀ ਦੇ ਵਿੱਚ ਕੋਈ ਨਾਮ ਨਹੀਂ ਲਿਖਿਆ ਹੋਇਆ। ਹੁਣ ਜ਼ਰੂਰ ਇਹ ਐਲਾਨ ਹੋਇਆ ਹੈ, ਇਹ ਫੈਸਲਾ ਲਿਆ ਗਿਆ ਕਿ ਹੁਣ ਜਿੰਨੇ ਵੀ ਬੋਰਡ ਲੱਗਣਗੇ ਉਹ ਪੰਜਾਬੀ ਦੇ ਵਿੱਚ ਹੀ ਲੱਗਣਗੇ। ਤੁਹਾਨੂੰ ਉਹ ਸਾਰੀਆਂ ਤਸਵੀਰਾਂ ਦਿਖਾ ਰਿਹਾ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਇੱਕ ਚੀਜ਼ ਯਾਨੀ ਦੁਕਾਨਾਂ ਦੇ ਨਾਮ ਜੋ ਹੈਗੇ ਉਹ ਇੰਗਲਿਸ਼ ਦੇ ਵਿੱਚ ਲਿਖੇ ਹੋਏ ਨੇ। ਹਾਲਾਂਕਿ ਹੁਣੀ KFC ਦਾ ਨਾਮ ਪੰਜਾਬੀ 'ਚ ਲਿਖਿਆ ਗਿਆ ਲੇਕਿਨ ਉਸ ਤੋਂ ਪਹਿਲਾਂ ਵੀ ਸਾਰੇ ਇੱਥੇ ਜਿੰਨੇ ਬੋਰਡ ਲੱਗੇ ਹੋਏ ਸੀ ਉਹ ਸਾਰੇ ਹੀ ਇੰਗਲਿਸ਼ ਦੇ ਵਿੱਚ ਲਿਖੇ ਹੋਏ ਸੀ। ਅਸੀਂ ਇੱਥੇ ਮੌਜੂਦ ਕੁਝ ਲੋਕਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਗੱਲ ਕਰਾਂਗੇ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਰਹਿ ਕੇ ਵੀ ਪੰਜਾਬੀ ਯਾਨੀ ਆਪਣੀ ਜਿਹੜੀ ਮਾਂ ਬੋਲੀ ਹੈਗੀ ਤੁਸੀਂ ਉਹਨੂੰ ਭੁੱਲਦੇ ਹੋਏ ਨਜ਼ਰ ਆ ਰਹੇ ਹੋ। ਲੇਕਿਨ ਦੂਜੇ ਜੋ ਆ ਉੱਥੋਂ ਬੰਦਾ ਇੱਥੇ ਆਇਆ ਲੇਕਿਨ ਆਪਣੀ ਮਾਂ ਬੋਲੀ ਨੂੰ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪ੍ਰਮੋਟ ਕਰ ਰਿਹਾ, ਉਹ ਗੱਲਾਂ ਬਾਤਾਂ ਕਰਦੇ ਆ ਤੇ ਹੋਰ ਜਾਣਦੇ ਆ। ਤਾਂ ਤੁਸੀਂ ਬਾਹਰ ਬੋਰਡ ਦੇਖਿਆ ਕਾਰਤਿਕ ਰੈਸਟੋਰੈਂਟ ਤੇ ਉਹਨਾਂ ਦੇ ਮੈਨੇਜਰ ਦੇ ਨਾਲ ਅਸੀਂ ਗੱਲ ਕਰਦੇ ਹਾਂ ਜੋ ਕਿ ਤਮਿਲ ਤੋਂ ਨੇ ਤੇ ਉਹ ਕਿਸ ਤਰੀਕੇ ਦੇ ਨਾਲ ਆਪਣੀ ਜੋ ਲੈਂਗੁਏਜ ਹੈਗੀ ਮਾਂ ਬੋਲੀ ਜਿਸ ਨੂੰ ਪ੍ਰਮੋਟ ਕਰ ਰਹੇ ਨੇ ਪੰਜਾਬ ਦੇ ਵਿੱਚ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਤੁਸੀਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਚੰਡੀਗੜ੍ਹ ਦੇ ਵਿੱਚ ਆ ਕੇ ਆਪਣਾ ਰੈਸਟੋਰੈਂਟ ਓਪਨ ਕੀਤਾ ਹੈ ਤੇ ਤੁਸੀਂ ਆਪਣੀ ਮਾਂ ਭਾਸ਼ਾ ਜਿਹੜੀ ਹੈਗੀ ਮਾਂ ਬੋਲੀ ਉਸ ਤੁਸੀਂ ਇੱਥੇ ਪ੍ਰਮੋਟ ਕਰ ਰਹੇ ਹੋ। ਕਿਸ ਤਰੀਕੇ ਨਾਲ ਤੁਹਾਨੂੰ ਆਈਡੀਆ ਹੈ ਕਿ ਇੱਥੇ ਤਾਂ ਕਿਸੇ ਨੂੰ ਸਮਝ ਵੀ ਨਹੀਂ ਆਉਂਦਾ ਲਿਖਿਆ ਕੀ ਹੈ? नहीं वो तो अपने लिखे है ना, अपना दुकान है कहा तहाँ करके लिखे है, अपना माँ का भाषा है तो हमने शुरू करना ही है यहाँ से। यहाँ पे तो हम पता बंदे के पता लगे हम साउथ इंडियन ने खोला है इस करके आए हैं बंदे। तो
आपको ये नहीं लगा कि यहाँ पर तो किसी को ये भाषा समझ नहीं है कि हाँ आपने इंग्लिश में ज़रूर लिखा है, हिंदी में लिखा जाए या फिर पंजाबी में? हम तो तमिल का है ना, तब तो हम तमिल में लिखेंगे। मतलब आप अपनी भाषा को जो है वो प्रमोट कर रहे हैं। हाँ जी, हाँ जी। ਅੱਛਾ ਜੇਕਰ ਗੱਲ ਕਰੀ ਨਾ ਤੇ ਇੱਥੇ ਪੰਜਾਬ ਦੇ ਵਿੱਚ ਵੀ ਨਾ ਬੱਚਿਆਂ ਨੂੰ ਜਦੋਂ ਪੜਾਇਆ ਜਾਂਦਾ ਹੈ ਤਾਂ ਘਰ ਦੇ ਵਿੱਚ ਉਹ ਹਿੰਦੀ ਬੋਲਦੇ ਨੇ, ਕਿਉਂਕਿ ਸਕੂਲ ਦੇ ਵਿੱਚ ਵੀ ਹਿੰਦੀ ਬੋਲਦੇ ਨੇ। ਪੰਜਾਬੀ ਜੋ ਹੈਗੀ ਭਾਸ਼ਾ ਜਿਹੜੀ ਹੈਗੀ ਉਹ ਪਿੱਛੇ ਜਾਂਦੀ ਹੋਈ ਨਜ਼ਰ ਆ ਰਹੀ ਹੈ। ਤੇ ਤੁਸੀਂ ਜੇਕਰ ਗੱਲ ਕਰੀ, ਤੁਸੀਂ ਇੱਥੇ ਹੈਗੇ ਹੋ ਤੇ ਘਰ ਦੇ ਵਿੱਚ ਤੁਹਾਡੀ ਕਿਹੜੀ ਭਾਸ਼ਾ ਜਿਹੜੀ ਹੈਗੀ ਜ਼ਿਆਦਾ ਬੋਲੀ ਜਾਂਦੀ ਹੈ? हिंदी? घर में तो तमिल बोलते हैं और बाहर हिंदी। हिंदी बाहर बोलते हैं लेकिन घर में तमिल है। तो घर में बच्चे बिल्कुल भी हिंदी नहीं बोलते, क्योंकि यहाँ पर तो बच्चे स्कूल जाते हैं ना हिंदी बोलते हैं मैम, और घर पे भी बच्चे हिंदी बोलने मतलब वो बोलने लग गए हैं, पंजाबी नहीं बोलते ज़्यादा। अरे पंजाबी अभी तो सिखाया ही नहीं ना यहाँ पे, स्कूल में भी पंजाबी नहीं है, वो हिंदी इंग्लिश है। अच्छा, आपके वहाँ पर जब बात करें तो तमिल जो है वो कब से सिखाना शुरू करते हैं? क्योंकि यहाँ पर स्कूलों में 6th क्लास से जाके शुरू होता है, अब कहीं ना कहीं चेंज हो रहा है कि अब बच्चों को शुरू से तो शुरू से ही तमिल शुरू हो जाता है जी LKG से शुरू हो जाता तमिल का ਸਿਖਾਉਣੇ ਕੇ। ਤੁਹਾਨੂੰ ਪੰਜਾਬੀ ਆਉਂਦੀ ਹੈ? ਮੈਂ ਸੁਣਿਆ ਸੀ ਕਿ ਤੁਸੀਂ ਪੰਜਾਬੀ ਦੇ ਵਿੱਚ ਜਿੱਦਾਂ ਗਿਣਤੀ ਦੀ ਜੇਕਰ ਗੱਲ ਕਰੀਏ ਨਾ 79 89 99 ਇਸ 'ਚ ਨਾ ਲੋਕਾਂ ਨੂੰ ਹਾਲੇ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਹੈ, ਲੇਕਿਨ ਤੁਸੀਂ ਕਹਿ ਰਹੇ ਸੀ ਕਿ ਨਹੀਂ ਮੈਨੂੰ ਸਾਰਾ ਕੁਝ ਪਤਾ ਆ। मैं 18 साल हो गया ना अंदर। ਤੁਹਾਨੂੰ ਕਿਵੇਂ ਮਿਲਿਆ ਕਿ ਤੁਸੀਂ ਇੱਥੇ 18 ਸਾਲ ਤੇ ਹੈਗੇ? हाँ जी, हाँ जी, हाँ। ਅੱਛਾ, ਫਿਰ ਤੁਸੀਂ ਪੰਜਾਬੀ 'ਚ ਫੋਕਸ ਕੀਤਾ ਹੋਇਆ? ना मैं सारा गल ਵੈਰੀ ਗੁੱਡ। ਤੇ ਤੁਸੀਂ ਉਹਨਾਂ ਨੂੰ ਕੀ ਕਹੋਗੇ ਜੋ ਆਪਣੀ ਮਾਂ ਬੋਲੀ ਤੋਂ ਦੂਰ ਜਾਂਦੇ ਹੋਏ ਨਜ਼ਰ ਆ ਰਹੇ ਨੇ? ਤੁਸੀਂ ਦੂਜੇ ਉਸ ਤੋਂ ਵੀ ਆ ਕੇ ਇੱਥੇ ਆਪਣੀ ਭਾਸ਼ਾ ਨੂੰ ਪ੍ਰਮੋਟ ਕਰ ਰਹੇ ਹੋ, ਤੁਸੀਂ ਕੀ ਮੈਸੇਜ ਦੋਗੇ ਉਹਨਾਂ ਲੋਕਾਂ ਨੂੰ ਜੋ ਪੰਜਾਬ ਦੇ ਵਿੱਚ ਰਹਿ ਕੇ ਵੀ ਆਪਣੀ ਮਾਂ ਬੋਲੀ ਭੁੱਲਦੇ ਨਜ਼ਰ ਆ ਰਹੇ ਨੇ? इन्हें अपना माँ बाप का तो ध्यान देना चाहिए, बात करना चाहिए सारे ਜੀ ਜੀ, ਸ਼ੁਕਰੀਆ ਜਾਣਕਾਰੀ ਲਈ। ਤਾਂ ਅਸੀਂ ਇੱਥੇ ਦੇਖ ਲਿਆ, ਤੁਹਾਨੂੰ ਦਿਖਾ ਵੀ ਦਿੰਦੇ ਹਾਂ ਰੈਸਟੋਰੈਂਟ ਜਿੱਥੇ ਬਹੁਤ ਸਾਰੇ ਲੋਕੀ ਆਉਂਦੇ ਨੇ, ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਇੱਥੇ। ਲੇਕਿਨ ਜੇਕਰ ਗੱਲ ਕਰੀਏ ਨਾ ਇੱਥੇ ਤਾਂ ਇੱਥੇ ਤਮਿਲ ਦੇ ਵਿੱਚ ਇਹਨਾਂ ਨੇ ਇੱਕ ਇੱਕ ਚੀਜ਼ ਲਿਖੀ ਹੋਈ ਹੈ। ਤੁਹਾਨੂੰ ਹੋਰ ਤਸਵੀਰਾਂ ਵੀ ਦਿਖਾਵਾਂਗੇ ਜਿੱਥੇ ਆਹ ਬੋਰਡ ਵੀ ਦੇਖ ਲਓ, ਰਿਸੈਪਸ਼ਨ ਤੇ ਆਹ ਬੋਰਡ ਲੱਗਿਆ ਹੋਇਆ ਹੈ ਜਿਸ ਦੇ ਉੱਪਰ ਕੀ ਜੋ ਲਿਖਿਆ ਹੋਇਆ ਹੈ ਉਹ ਤਮਿਲ ਦੇ ਵਿੱਚ ਲਿਖਿਆ। ਅੱਛਾ, ਤੁਸੀਂ ਇਹ ਦੱਸੋਗੇ ਆ ਕੀ ਲਿਖਿਆ ਹੋਇਆ ਤਮਿਲ 'ਚ? वनकम। ਅੱਛਾ, ਨਮਸਤੇ। ਓਕੇ, ਵਣਕਮ ਲਿਖਿਆ ਹੋਇਆ ਜਿਸ ਦਾ ਮਤਲਬ ਹੈਗਾ ਨਮਸਕਾਰ। ਜਦੋਂ ਜੀ ਆਇਆਂ ਕਰਦੇ ਆ ਆਪਾਂ ਤਾਂ ਅਸੀਂ ਇਹ ਕਰਦੇ ਆ। ਤੇ ਪ੍ਰੋਪਰ ਤਰੀਕੇ ਦੇ ਨਾਲ ਇੱਥੇ ਨਾ ਰੈਸਟੋਰੈਂਟ ਦੇ ਵਿੱਚ, ਹਾਲਾਂਕਿ ਚੰਡੀਗੜ੍ਹ ਦੇ ਵਿੱਚ ਇਹ ਰੈਸਟੋਰੈਂਟ ਖੁੱਲਿਆ ਹੈਗਾ, ਬਟ ਇੱਥੇ ਆਪਣੀ ਭਾਸ਼ਾ ਨੂੰ ਕਿਸ ਤਰੀਕੇ ਨਾਲ ਪ੍ਰਮੋਟ ਕਰ ਰਹੇ ਨੇ, ਮਾਂ ਬੋਲੀ ਨੂੰ ਪ੍ਰਮੋਟ ਕਰ ਰਹੇ ਨੇ। ਇਹਨਾਂ ਨੂੰ ਜਮਾਂ ਵੀ ਜੋ ਆ ਸ਼ਰਮ ਨਹੀਂ ਆਈ, ਲੈ ਕੇ ਕਹਿੰਦੇ ਆ ਨਾ ਕਿ ਅਸੀਂ ਪੰਜਾਬੀ ਨਹੀਂ ਬੋਲਦੇ ਉਸ ਥਾਂ ਤੇ ਜਾ ਕੇ, ਲੇਕਿਨ ਇੱਥੇ ਇਹਨਾਂ ਦੇ ਵੱਲੋਂ ਜੋ ਹੈਗੀ ਆ ਆਪਣੀ ਭਾਸ਼ਾ ਨੂੰ ਜੋ ਆ ਪ੍ਰਮੋਟ ਕਰ ਰਹੇ ਨੇ। ਇੱਥੇ ਹੋਰ ਲੋਕਾਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਆਪਣੀ ਲੈਂਗੁਏਜ ਜਿਹੜੀ ਹੈਗੀ, ਮਾਂ ਬੋਲੀ ਜਿਹੜੀ ਹੈਗੀ, ਤੁਸੀਂ ਉਸ ਨੂੰ ਪਿੱਛੇ ਕਿਉਂ ਕਰ ਰਹੇ ਹੋ। ਤੇ ਇੱਥੇ ਜਿਸ ਤਰੀਕੇ ਨਾਲ ਇਹਨਾਂ ਨੇ ਬੋਰਡ ਲਾਇਆ, ਬਹੁਤ ਵਧੀਆ ਗੱਲ ਹੈਗੀ ਆ ਕਿ ਇਹਨਾਂ ਨੇ ਤਮਿਲ ਦੇ ਵਿੱਚ ਬੋਰਡ ਲਾਇਆ। ਹੋਰ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਆਓ ਚੱਲਦੇ ਹਾਂ। ਤੁਹਾਡਾ ਨਾਮ ਕੀ ਹੈ? ऋषि है जी। ਓਕੇ, ਤਾਂ ਇੱਥੇ ਅਸੀਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਉਹਨਾਂ ਦਾ ਨਾਮ ਜਾਣਦੇ ਹਾਂ। ਨਾਮ ਕੀ ਹੈ? ऋषि जी। ਜੀ, ਤੁਸੀਂ ਇੱਥੇ ਬੋਰਡ ਦੇਖਿਆ ਆ, ਕਾਰਤਿਕ ਲਿਖਿਆ, ਦੂਜੇ ਪਾਸੇ ਤਮਿਲ ਦੇ ਵਿੱਚ ਲਿਖਿਆ, ਯਾਨੀ ਕਿ ਤਮਿਲ ਕਿਸੇ ਨੂੰ ਸਮਝ ਨਹੀਂ ਆ ਰਹੀ। ਸਟਿਲ ਉਹਨਾਂ ਨੇ ਲਾਤਾ ਬੋਰਡ, ਹੈ ਨਾ, ਤੇ ਲੋਕਾਂ ਨੂੰ ਆਪਣੀ ਮਾਂ ਬੋਲੀ ਦੇ ਨਾਲ ਰੂਬਰੂ ਕਰਵਾ ਰਹੇ। ਕਿਸੇ ਨੂੰ ਸਮਝ ਨਹੀਂ ਆ ਰਿਹਾ ਸਟਿਲ। ਤੇ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਵਧੀਆ ਗੱਲ ਹੈਗੀ, ਲੇਕਿਨ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਦੇ ਵਿੱਚ ਕੋਈ ਬੋਰਡ ਨਹੀਂ ਹੈਗਾ। जी मैं ये मानता हूँ, चाहे वो पंजाब हो या साउथ इंडिया हो, है तो हम हिंदुस्तानी, बिल्कुल हिंदुस्तान में रह रहे हैं। और सबसे बड़ी बात है, हम अपने पंजाबी जो है वो पेटू हैं और खाऊ हुए हैं। तो जिस मर्जी भाषा में लिखा हो, बंदे ने रेस्टोरेंट जाके खाना ही खाना है जी। बिल्कुल बिल्कुल सही कहा आपने, क्योंकि अभी तक मुझे लगता नहीं किसी ने इसको नोटिस भी किया है कि इन्होंने ना नोटिस करने की लोड़ ही नहीं है जी। पंजाबी है बस, पंजाबी है, खाना ही खाना है, जो मर्जी खा लो। किसी भी रेस्टोरेंट में चले जाओ, फुल पड़े हैं इस टाइम पे, उन्होंने खाना ही खाना है। चाहे साउथ इंडिया में लिखा हो, जो कोई कहीं पे भी लिखा हो। मैं केरला 2 साल रह के आया हूँ, मुझे फ़र्क ही नहीं दिखा। तो यहाँ क्यों फ़र्क? हाँ जी, बिल्कुल सही कह रहे हो आप। लेकिन देखिए ना, यहाँ पे हर एक बोर्ड जो है वो इंग्लिश में लगा हुआ है, लेकिन कोई बोर्ड यहाँ पे पंजाबी में नहीं लिखा हुआ। फ़र्क नहीं पड़ता, इंग्लिश में क्यों लिखा है? हम हिंदुस्तानी है, हिंदी में क्यों नहीं लिखा? बिल्कुल, अभी तो पंजाब सरकार ने ये भी ऐलान कर दिया कि अब जितने भी बोर्ड लगे होंगे ना वो पंजाबी में ही लगे होंगे। बहुत अच्छी बात है, मैं तो कह रहा हूँ। मैं वो कह रहा हूँ, इंग्लिश में क्यों लिखा है? फिर हिंदी में करो, हिंदुस्तानी है हम लोग, हिंदी भाषा हमारी मातृभाषा है, बोलो। ਤਾਂ ਇਸ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਗੁਰਵਿੰਦਰ ਤੇ ਧਾਲੀਵਾਲ ਜੀ ਜੁੜ ਗਏ ਨੇ। ਉਹਨਾਂ ਨਾਲ ਵੀ ਅਸੀਂ ਕੁਝ ਸਵਾਲ ਕਰਦੇ ਹਾਂ। ਤੁਸੀਂ ਬੋਰਡ ਜ਼ਰੂਰ ਦੇਖਿਆ ਹੋਊਗਾ ਇੱਧਰ? ਹਾਂਜੀ ਹਾਂਜੀ, ਦੇਖੇ ਨੇ ਜੀ। ਤੇ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਇੱਥੇ ਪੰਜਾਬੀ ਦੇ ਵਿੱਚ ਇੱਕ ਵੀ ਬੋਰਡ ਨਹੀਂ ਲੱਗਿਆ ਹੋਇਆ, ਲੇਕਿਨ ਉਹ ਤਮਿਲ ਦੇ ਵਿੱਚ ਇੱਥੇ ਆ ਕੇ ਬੋਰਡ ਲਾ ਰਹੇ ਨੇ? ਵਧੀਆ ਗੱਲ ਹੈਗੀ ਆ, ਪਰ ਸਾਡੀ ਪੰਜਾਬੀ ਮਾਂ ਬੋਲੀ ਕਿੱਥੇ ਗਵਾਚ ਰਹੀ ਹੈ? ਨਹੀਂ ਦੇਖੋ ਜੀ, ਪਹਿਲੀ ਗੱਲ ਤਾਂ ਇਹ ਪੰਜਾਬ ਦੀ ਰਾਜਧਾਨੀ ਹੈ, ਇੱਥੇ ਪਹਿਲਾਂ ਪੰਜਾਬੀ ਨੂੰ ਪ੍ਰੈਫਰੈਂਸ ਹੋਣੀ ਚਾਹੀਦੀ ਹੈ ਨਾ ਜੀ। ਤੇ ਜਿਵੇਂ ਤੁਸੀਂ ਬੋਰਡ ਦੀ ਗੱਲ ਕਰੀ ਹੈ, ਉਹ ਲਿਖਿਆ ਉਹਨਾਂ ਨੇ ਤਮਿਲ 'ਚ, ਉਹ ਨਾਰਮਲ ਬੰਦਾ ਤਾਂ ਪੜ੍ਹ ਹੀ ਨਹੀਂ ਸਕਦਾ ਹੈ ਨਾ।
ਤਾਂ ਕਰਕੇ ਪੰਜਾਬੀ ਨੂੰ ਥੋੜਾ ਪ੍ਰਮੋਟ ਕਰਨਾ ਚਾਹੀਦਾ ਹੈ। ਘੱਟੋ ਘੱਟ ਜੇ ਇੰਗਲਿਸ਼ 'ਚ ਵੀ ਲਿਖ ਰਹੇ ਨੇ ਤਾਂ ਪੰਜਾਬੀ 'ਚ ਨਾਲ ਲਿਖਣਾ ਜ਼ਰੂਰ ਚਾਹੀਦਾ ਹੈ ਨਾ। ਜਿਵੇਂ ਸਾਰੇ ਹੀ ਬੋਰਡ ਇੱਥੇ ਲੱਗੇ ਹੋਏ ਨੇ ਇੰਗਲਿਸ਼ ਦੇ ਵਿੱਚ। ਅੱਛਾ, ਜੇਕਰ ਪੰਜਾਬੀ ਮਾਂ ਬੋਲੀ ਦੀ ਗੱਲ ਕਰੀਏ, ਹੁਣ ਤਾਂ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਜਿੰਨੇ ਵੀ ਬੋਰਡ ਲੱਗੇ ਹੋਏ ਨਾ ਉਹ ਪੰਜਾਬੀ ਦੇ ਵਿੱਚ ਹੀ ਲੱਗਣਗੇ, ਪ੍ਰਾਇੋਰਟੀ ਪੰਜਾਬੀ ਨੂੰ ਦਿੱਤੀ ਜਾਵੇਗੀ। ਤੇ ਜੇਕਰ ਤੁਹਾਡੇ ਤੋਂ ਪੁੱਛੀਏ ਤਾਂ ਤੁਹਾਨੂੰ 79, 89, 99 ਇਹਨਾਂ ਦਾ ਪਤਾ ਹੈ ਪੰਜਾਬੀ 'ਚ? ਹਾਂਜੀ, ਦੱਸੋ। ਮਤਲਬ 79 ਜਿਵੇਂ ਆਪਣਾ 79 ਹੋ ਗਿਆ, ਇਦਾਂ ਪੁੱਛ ਰਹੇ ਹੋ? 79 79 ਹੋ ਗਿਆ, 89 ਹੋ ਗਿਆ ਆਪਣਾ 99 90 99 99। ਕਿਉਂਕਿ ਨਾ ਕਈ ਲੋਕਾਂ ਨੂੰ ਨਾ ਅਸੀਂ ਗੱਲਬਾਤ ਵੀ ਕਰਦੇ ਹੁੰਦੇ ਆ, ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹਨਾਂ ਨੂੰ ਬੋਲਦੇ ਕੀ ਆ, ਇੱਥੇ ਆ ਕੇ ਉਹ ਅੜੀ ਜਾਂਦੇ ਆ ਕਿ ਪਤਾ ਨਹੀਂ ਲੱਗਦਾ ਕੀ ਆ। ਤੇ ਆਓ ਇੱਥੇ ਧਾਲੀਵਾਲ ਜੀ ਵੀ ਜੁੜੇ ਹੋਏ ਨੇ, ਉਹਨਾਂ ਨਾਲ ਵੀ ਗੱਲ ਕਰਦੇ ਆ। ਇੱਥੇ ਤੁਸੀਂ ਬੋਰਡ ਦੇਖਿਆ ਆ, ਪੰਜਾਬੀ ਸਾਨੂੰ ਕਿਤੇ ਵੀ ਨਜ਼ਰ ਨਹੀਂ ਆ ਰਹੀ ਆ ਕਿ ਪੰਜਾਬੀ ਦੇ ਵਿੱਚ ਕੋਈ ਬੋਰਡ ਲੱਗਿਆ ਹੋਇਆ, ਲੇਕਿਨ ਤਮਿਲ ਦੇ ਵਿੱਚ ਲੱਗਿਆ ਹੋਇਆ। ਇਹਦੇ ਵਿੱਚ ਹੀ ਘੱਟੋ ਘੱਟ ਜਿੰਨੇ ਪੰਜਾਬੀ ਬੰਦਿਆਂ ਦੀ ਸ਼ਾਪ ਹੈ ਉਹਨਾਂ ਨੂੰ ਤਾਂ ਘੱਟੋ ਘੱਟ ਲਿਖਣਾ ਚਾਹੀਦਾ ਆਪਣਾ। ਹਾਂਜੀ, ਬਾਕੀ ਤਾਂ ਹੁਣ ਚਲੋ ਲੈਂਗੁਏਜ ਹਰੇਕ ਕਿਸੇ ਨੂੰ ਆਉਣੀ ਚਾਹੀਦੀ, ਬਟ ਪੰਜਾਬੀ ਨੂੰ ਥੋੜਾ ਜਿਹਾ ਪ੍ਰਮੋਸ਼ਨ ਦੀ ਲੋੜ ਹੈ ਇੱਥੇ। ਤੁਹਾਨੂੰ ਕੀ ਲੱਗਦਾ ਕਿ ਪੰਜਾਬੀ ਦੇ ਵਿੱਚ ਕਿਉਂ ਨਹੀਂ ਲਿਖਿਆ? ਸ਼ਰਮ ਆਉਂਦੀ ਹੈ ਪੰਜਾਬੀ ਬੋਲਣ 'ਚ ਜਾਂ ਲਿਖਣ 'ਚ? ਕੀ ਕਾਰਨ ਹੋ ਸਕਦਾ? ਇਹ ਥੋੜੀ ਜੀ ਅੱਜ ਕੱਲ੍ਹ ਇਦਾਂ ਦਾ ਹੋ ਗਿਆ ਨਾ ਵੀ ਜੇ ਸਾਨੂੰ ਇੰਗਲਿਸ਼ ਆਉਂਦੀ ਹੈ ਤਾਂ ਅਸੀਂ ਥੋੜੇ ਜੈਂਟਲਮੈਨ ਜ਼ਿਆਦਾ ਆ, ਲੋਕ ਆਪਣੀ ਬੋਲੀ ਤੋਂ ਥੋੜਾ ਇਸ ਕਰਕੇ ਆ। ਤੁਹਾਨੂੰ ਬੱਚਿਆਂ ਤੋਂ ਹੀ ਸਿਖਾਉਣਾ ਚਾਹੀਦਾ। ਜਿੱਦਾਂ ਹੁਣ ਆਪਾਂ ਬੱਚਿਆਂ ਨੂੰ ਸਕੂਲ 'ਚ ਵੀ ਲਾਉਂਦੇ ਆ, ਆਪਾਂ ਇਹ ਦੇਖਦੇ ਵੀ ਕਨਵੈਂਟ ਜਾਂ ਕਿਤੇ ਲਾਈਏ ਜਾਂ ਕੁਛ ਕਰੀਏ, ਆਪਾਂ ਇਹ ਨਹੀਂ ਵੇਖਦੇ ਕਿ ਆਪਾਂ ਨੂੰ ਬੱਚੇ ਪੰਜਾਬੀ ਸਕੂਲ ਕਿੱਥੇ ਨੇ, ਉਹਨਾਂ 'ਚ ਪੰਜਾਬੀ ਹੈ ਜਾਂ ਨਹੀਂ। ਆਪਾਂ ਆਪਣੀ ਬੇਸਿਕ ਸਿੱਖਿਆ ਇੱਥੋਂ ਹੀ ਆਪਾਂ ਆਪਣੀ ਖਤਮ ਕਰ ਰਹੇ ਹਾਂ। ਜੀ ਬਿਲਕੁਲ। ਤੇ ਉਹੀ ਫਿਰ ਜਿੱਦਾਂ ਅਸੀਂ ਹੋਰ ਲੋਕਾਂ ਨਾਲ ਵੀ ਗੱਲਬਾਤ ਕੀਤੀ, ਉਹਨਾਂ ਨੂੰ ਵੀ ਕਿਤੇ ਨਾ ਪ੍ਰੋਬਲਮ ਹੁੰਦੀ ਆ, ਉਹ ਪੰਜਾਬੀ ਘੱਟ ਬੋਲਦੇ ਆ। ਹੁਣ ਵੀ ਜੇਕਰ ਗੱਲ ਕਰੀਏ, ਛੋਟੇ ਛੋਟੇ ਜਿਹੜੇ ਬੱਚੇ ਹੁੰਦੇ ਆ ਨਾ, ਸਕੂਲ ਦੇ ਵਿੱਚ ਜਾਂਦੇ ਨੇ, ਹਿੰਦੀ 'ਚ ਗੱਲ ਕਰਦੇ ਨੇ, ਘਰ ਦੇ ਵਿੱਚ ਵੀ ਆ ਕੇ ਹਿੰਦੀ 'ਚ ਗੱਲ ਕਰਦੇ ਨੇ, ਜਦਕਿ ਸਾਰੇ ਪੰਜਾਬੀ 'ਚ ਗੱਲ ਕਰਦੇ ਨੇ। ਇਹਦੇ ਵਿੱਚ ਤੁਸੀਂ ਉਹ ਤੋਂ ਬਿਨਾਂ ਤੁਸੀਂ ਇੱਕ ਚੀਜ਼ ਹੋਰ ਵੇਖੋ, ਖਾਸ ਕਰਕੇ ਫਾਦਰਸ ਇਹ ਚੀਜ਼ ਨੂੰ ਜੇ ਘੱਟ ਨੇ। ਜਿੱਦਾਂ ਬੱਚੇ ਨੂੰ ਬਾਹਰ ਮਾਰਕੀਟ ਵਗੈਰਾ 'ਚ ਕਿਤੇ ਆਏ ਹੋਏ ਨੇ ਤੇ ਉਹ ਇੱਥੇ ਆ ਕੇ ਉਹ ਇਦਾਂ ਗੱਲ ਕਰਨਗੇ ਬੱਚੇ ਨਾਲ ਇੰਗਲਿਸ਼ ਦੇ ਵਿੱਚ, ਉਹ ਕਿਤੇ ਪੰਜਾਬੀ ਜਾਂ ਉਹਦੇ ਵਿੱਚ ਨਹੀਂ ਕਰਨਾ ਚਾਹੁੰਦੇ। ਇਹੀ ਚੀਜ਼ ਆਪਾਂ ਬਾਹਰ ਚਲੇ ਜਾਈਏ, ਉੱਥੇ ਜਾ ਕੇ ਆਪਣੇ ਪੰਜਾਬੀ ਕੀ ਕਰਦੇ ਨੇ, ਉਹ ਉੱਥੇ ਜਾ ਕੇ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਂਦੇ ਨੇ। ਉਹ ਘੱਟੋ ਘੱਟ ਬਾਹਰ ਨਹੀਂ ਤਾਂ ਘਰੇ ਜਾ ਕੇ ਸਿਖਾਉਂਦੇ, ਪਰ ਆਪਣੇ ਇੱਥੇ ਥੋੜਾ ਜਿਹਾ ਇਹਨੂੰ ਸ਼ੋਅ ਆਫ ਦੀ ਚੀਜ਼ ਕਹਿ ਸਕਦੇ ਆ ਕਿ ਸ਼ੋਅ ਆਫ ਲਈ ਉਹ ਆਪਣੇ ਬੱਚੇ ਨੂੰ ਬਾਹਰ ਜਾ ਕੇ ਦਿਖਾਉਂਦੇ ਵੀ ਮੇਰੇ ਬੱਚੇ ਨੂੰ ਕਿੰਨੀ ਇੰਗਲਿਸ਼ ਆਉਂਦੀ ਹੈ। ਇਹ ਨਹੀਂ ਵੀ ਉਹਨਾਂ ਨੂੰ ਆਉਣੀ ਨਹੀਂ ਚਾਹੀਦੀ, ਚਲੋ ਕੰਪੀਟੀਸ਼ਨ ਦਾ ਟਾਈਮ ਹੈ, ਇਹ ਸਭ ਚੀਜ਼ਾਂ ਚਾਹੀਦੀਆਂ, ਬਟ ਇਹ ਵੀ ਨਹੀਂ ਹੈ ਵੀ ਤੁਸੀਂ ਉਹਦੇ ਵਿੱਚ ਆਪਣੀ ਭਾਸ਼ਾ ਨੂੰ ਭੁੱਲ ਜਾਓ। ਐਗਜ਼ੈਕਟਲੀ। ਹੁਣੀ ਮੈਂ ਗੱਲ ਵੀ ਕੀਤੀ ਆ ਉਹਨਾਂ ਦੇ ਨਾਲ, ਜੋ ਤਮਿਲ ਦੇ ਬੰਦੇ ਹੈਗੇ, ਮੈਨੇਜਰਸ ਵਗੈਰਾ, ਉਹ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਨਾ ਸਿਰਫ ਤਮਿਲ ਅਲਾਉਡ ਆ, ਬੱਚੇ ਹਿੰਦੀ ਜ਼ਰੂਰ ਬੋਲਦੇ ਨੇ ਲੇਕਿਨ ਘਰ ਦੇ ਵਿੱਚ ਨਹੀਂ ਬੋਲ ਸਕਦੇ, ਉਹ ਬਾਹਰ ਹੀ ਬੋਲਦੇ ਨੇ। ਤੁਸੀਂ ਉੱਥੇ ਜਾ ਕੇ ਤੁਸੀਂ ਸਾਊਥ ਦੇ ਵਿੱਚ ਜਾਓਗੇ ਤਾਂ ਉੱਥੇ ਜੇ ਉਹ ਬੰਦੇ ਨੂੰ ਹਿੰਦੀ ਆਉਂਦੀ ਵੀ ਹੋਏਗੀ ਨਾ ਤਾਂ ਉਹ ਤੁਹਾਡੇ ਨਾਲ ਬਹੁਤ ਰੇਅਰ ਦੇ ਵਿੱਚ ਗੱਲ ਕਰੇਗਾ। ਜੇ ਉਹਦੇ ਕੋਲ ਕੋਈ ਉਹਨੂੰ ਟਰਾਂਸਲੇਟ ਕਰਨ ਲਈ ਬੰਦਾ ਹੈ ਤਾਂ ਉਹ ਬੰਦਾ ਉਹ ਕਹੇਗਾ ਵੀ ਉਹ ਟਰਾਂਸਲੇਟ ਕਰੇ ਮੇਰੇ ਲਈ, ਮੈਂ ਹਿੰਦੀ ਨਾ ਬੋਲਾਂ। ਉਹ ਹਿੰਦੀ ਨੂੰ ਬਹੁਤ ਘੱਟ ਬੋਲਣ ਦੀ ਉਹਦੇ 'ਚ ਕਰਦੇ, ਉਹ ਆਪਣੀ ਭਾਸ਼ਾ ਨੂੰ ਦਿੰਦੇ ਨੇ ਤੇ ਉਹ ਇੱਥੇ ਤੱਕ ਫਲਾਇਆ। ਪਰ ਆਪਾਂ ਨੂੰ ਇਸ ਟਾਈਮ ਆਪਾਂ ਨੂੰ ਇਹ ਹੈਗਾ ਵੀ ਆਪਾਂ ਸ਼ੋਅ ਆਫ 'ਚ ਵੜ ਗਏ ਕਿ ਆਪਾਂ ਨੂੰ ਕਿੱਥੇ ਆਪਾਂ ਆਪਣੀ ਭਾਸ਼ਾ ਨੂੰ ਛੱਡ ਕੇ ਜਾ ਰਹੇ ਹਾਂ। ਤਾਂ ਇੱਥੇ ਹੋਰਾਂ ਨਾਲ ਵੀ ਗੱਲ ਕਰਦੇ ਆ। ਤੇ ਸਭ ਤੋਂ ਪਹਿਲਾਂ ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਹੈਗਾ ਜੀ ਭਗਤ ਸਿੰਘ ਦੁਆਬੀ। ਓਕੇ। ਤਾਂ ਤੁਸੀਂ ਇੱਥੇ ਬੋਰਡ ਦੇਖਿਆ ਸੈਕਟਰ 15 ਦੇ ਵਿੱਚ, ਜਿੱਥੇ ਕਾਰਤਿਕ ਬੋਰਡ ਲੱਗਿਆ ਹੋਇਆ ਤੇ ਨਾਲ ਹੀ ਉਹਨਾਂ ਨੇ ਤਮਿਲ ਆਪਣੀ ਭਾਸ਼ਾ ਜਿਹੜੀ ਹੈਗੀ ਆ ਮਾਂ ਬੋਲੀ, ਉਸ ਨੂੰ ਪ੍ਰਮੋਟ ਕਰ ਰਹੇ ਨੇ, ਲੇਕਿਨ ਕਿਤੇ ਵੀ ਪੰਜਾਬੀ ਦੇ ਵਿੱਚ ਕੋਈ ਬੋਰਡ ਨਹੀਂ ਲੱਗਿਆ। ਤੁਸੀਂ ਕੀ ਕਹੋ? ਸਭ ਤੋਂ ਪਹਿਲਾਂ ਤਾਂ ਜੀ ਤੁਹਾਡੇ ਚੈਨਲ ਦਾ ਧੰਨਵਾਦ ਆ। ਤੁਸੀਂ ਮਾਂ ਬੋਲੀ ਪੰਜਾਬੀ ਜਿਹੜਾ ਇੱਕ ਮੁੱਦਾ ਹੈਗਾ, ਬਹੁਤ ਇਹ ਥੋੜਾ ਜਿਹਾ ਕ੍ਰਿਟੀਕਲ ਮੁੱਦਾ ਆ, ਤੁਸੀਂ ਇਸ ਦੇ ਉੱਤੇ ਕੰਮ ਕਰ ਰਹੇ ਹੋ, ਇਹ ਤੁਸੀਂ ਇਸ ਦੇ ਉੱਤੇ ਇੰਟਰਵਿਊ ਕਰ ਰਹੇ ਹੋ। ਪਹਿਲਾਂ ਤਾਂ ਤੁਹਾਨੂੰ ਮੁਬਾਰਕਬਾਦ ਇਹ ਹੈਗਾ। ਦੂਜੀ ਚੀਜ਼ ਇਹ ਲੱਗਦਾ ਹੈਗਾ ਕਿ ਇੱਕ ਛੋਟਾ ਜਿਹਾ ਮੁੱਦਾ ਹੈਗਾ, ਇੱਕ ਬੋਰਡ ਦੀ ਹੋਈ ਗੱਲ ਆ, ਹਨਾ। ਉਹਨਾਂ ਨੇ ਤਾਮਿਲਨਾਡੂ ਨੇ ਆ ਕੇ ਇੱਥੇ ਚੰਡੀਗੜ੍ਹ 'ਚ ਆਪਣੀ ਮਾਤਰ ਭਾਸ਼ਾ 'ਚ ਬੋਰਡ ਲਾਇਆ, ਲੱਗਦਾ ਛੋਟੀ ਜਿਹੀ ਗੱਲ ਆ, ਪਰ ਇਹ ਗੱਲ ਜਿਹੜੀ ਆ ਨਾ, ਇਹ ਪੰਜਾਬੀਅਤ ਦੀ ਜਿਹੜੀ ਹੋਂਦ ਆ ਨਾ, ਇਹ ਉਸ ਹੋਂਦ ਦੇ ਨਾਲ ਜੁੜੀ ਹੋਈ ਆ। ਕਿਉਂਕਿ ਤੁਸੀਂ ਇਸ ਕੋਨੇ ਤੋਂ ਅਗਰ ਸ਼ੁਰੂ ਕਰੋ ਤੇ ਇਸ ਪਾਸੇ ਸਾਡੀ ਪੰਜਾਬ ਦੀ ਪੰਜਾਬੀ ਯੂਨੀਵਰਸਿਟੀ ਆ, ਤੇ ਉਸ ਪਾਸੇ ਜਦੋਂ ਪੂਰੀ ਮਾਰਕੀਟ ਖਤਮ ਹੋ ਜਾਂਦੀ ਆ, ਘੱਟੋ ਘੱਟ 10,000 ਦੁਕਾਨਾਂ ਹੋਣਗੀਆਂ, ਇਹ ਇੱਕ ਵੀ ਦੁਕਾਨ ਤੇ ਤੁਹਾਨੂੰ ਪੰਜਾਬੀ ਦਾ ਬੋਰਡ ਨਹੀਂ ਮਿਲਦਾ। ਪਰ ਦੂਜੀ ਸਟੇਟ ਤੋਂ ਆ ਕੇ ਅਗਲੇ ਆਪਣੀ ਮਾਤਰ ਭਾਸ਼ਾ ਦੇ ਵਿੱਚ ਬੋਰਡ ਲਿਖਦੇ ਨੇ। ਸਵਾਲ ਇਹ ਬਣਦਾ ਕਿ ਪੰਜਾਬੀਆਂ ਨੂੰ ਕਿਹੜੀ ਮੌਤ ਪੈ ਰਹੀ ਆ? ਸਿੱਧੀ ਜਿਹੀ ਗੱਲ ਮੈਂ ਪੁੱਛਾਂਗਾ ਵੀ ਇਹਨਾਂ ਨੂੰ ਆਪਣੀ ਮਾਤ ਭਾਸ਼ਾ ਤੋਂ ਸ਼ਰਮ ਆਉਂਦੀ ਆ, ਜਾਂ ਇਹਨਾਂ ਨੂੰ ਆਪਣੀ ਮਾਤ ਭਾਸ਼ਾ ਬੋਲਦੇ ਹੋਏ ਮੌਤ ਪੈਂਦੀ ਆ, ਜਾਂ ਜਿਹੜਾ ਇੱਕ ਉਹ ਬਣ ਗਿਆ ਨਾ ਮਾਈਂਡ ਸੈੱਟ ਕਿ ਨਹੀਂ ਜੀ ਨਹੀਂ, ਪੰਜਾਬੀ ਤਾਂ ਗਵਾਰਾਂ ਦੀ ਭਾਸ਼ਾ ਆ। ਆਸਟ੍ਰੇਲੀਆ ਦੇ ਵਿੱਚ ਸੈਕੰਡ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ, ਕੈਨੇਡਾ ਦੇ ਵਿੱਚ ਸੈਕੰਡ ਆਫੀਸ਼ੀਅਲ ਲੈਂਗੁਏਜ ਹੋ ਗਈ ਪੰਜਾਬੀ, ਹੈ ਨਾ। ਵੱਡੇ ਵੱਡੇ ਦੇਸ਼ਾਂ 'ਚ ਪੰਜਾਬੀ ਸੈਕੰਡ ਲੈਂਗੁਏਜ ਤੇ ਪਹੁੰਚ ਚੁੱਕੀ ਆ। ਆਉਣ ਵਾਲੇ ਜੇ ਦੇਖੀਏ ਹੋਰ 10 ਸਾਲਾਂ ਨੂੰ ਹੋ ਸਕਦਾ
ਫਰਸਟ ਲੈਂਗੁਏਜ ਤੇ ਪੰਜਾਬੀ ਆ ਜਾਵੇ ਹਨਾ, ਉਸ ਲੈਵਲ ਤੇ ਆਪਾਂ ਪਹੁੰਚ ਗਏ ਆ। ਇੱਕ ਵੱਖਰਾ ਨਜ਼ਾਰਾ ਆਉਂਦਾ ਆਪਣੀ ਮਾਂ ਬੋਲੀ ਬੋਲ ਕੇ। ਔਰ ਇਹ ਜਿਹੜਾ ਪੰਜਾਬੀ ਦਾ ਕਤਲ ਆ, ਮੈਂ ਸਿੱਧੀ ਜੀ ਗੱਲ ਕਹਾਂਗਾ, ਇਹ ਨਹੀਂ ਹੈਗਾ ਕਿ ਨਹੀਂ ਆਹ ਭਾਸ਼ਾ ਵਧੀਆ ਜਾਂ ਉਹ ਭਾਸ਼ਾ, ਇਹ ਪੰਜਾਬੀ ਦਾ ਕਤਲ ਆ। ਕਤਲ ਕਿੱਦਾਂ ਆ, ਜਦੋਂ ਇਹ ਪਿੱਛੇ ਚਲੇ ਜਾਈਏ ਨਾ ਅਗਰ ਇਤਿਹਾਸ ਦੇ ਵਿੱਚ, ਇਹ ਦੁਸ਼ਮਣੀ ਕਿੱਦਾਂ ਆ ਪੰਜਾਬੀ ਦੀ, ਹਿੰਦੀ ਦੀ, ਸੰਸਕ੍ਰਿਤ ਦੀ, ਇੱਕ ਖਾਸ ਦੁਸ਼ਮਣੀ ਆ ਜਿਹਦੇ ਬਾਰੇ ਜ਼ਿਆਦਾਤਰ ਬੱਚਿਆਂ ਨੂੰ ਪਤਾ ਹੀ ਨਹੀਂ ਆ। ਗੱਲ ਕੀ ਆ, ਗੱਲ ਇਹ ਆ ਕਿ ਜਦੋਂ ਇੱਕ ਅਧਿਕਾਰ ਹੁੰਦਾ ਸੀ ਧਾਰਮਿਕ ਗ੍ਰੰਥਾਂ ਦੇ ਉੱਤੇ ਕਿ ਬਈ ਸੰਸਕ੍ਰਿਤ ਜਿਹੜੀ ਆ ਉਹ ਦੇਵਾਂ ਦੀ ਭਾਸ਼ਾ ਆ, ਤੇ ਸੰਸਕ੍ਰਿਤ ਜਿਹੜੀ ਆ ਉੱਚੀ ਜਾਤ ਵਾਲੇ ਹੀ ਪੜ੍ਹ ਸਕਦੇ ਆ, ਤੇ ਗੁਰੂਕੁਲਾਂ ਦੇ ਅੰਦਰ ਹੀ ਪੜ੍ਹਾਈ ਜਾ ਸਕਦੀ ਆ, ਸ਼ਸਤਰ ਵਿਦਿਆ ਗੁਰੂਕੁਲਾਂ ਦੇ ਅੰਦਰ ਹੀ ਪੜ੍ਹਾਈ ਜਾ ਸਕਦੀ ਆ ਹਨਾ। ਉਸ ਜ਼ਮਾਨੇ ਦੇ ਵਿੱਚ ਜਦੋਂ ਗੁਰੂ ਸਾਹਿਬ ਦੀ ਬਾਣੀ, ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਉਚਰੀ ਤੇ ਆਪਣੀ ਜਿਹੜੀ ਫਿਲਾਸਫੀ ਦੱਸੀ, ਤੇ ਉਸ ਤੋਂ ਬਾਅਦ ਜਦੋਂ ਉਹਨੂੰ ਲਿਖਣ ਦੀ ਗੱਲ ਆਈ, ਕਿਉਂਕਿ ਅੱਜ ਅਸੀਂ ਜੋ ਗੁਰੂ ਸਾਹਿਬ ਕਹਿ ਕੇ ਗਏ ਨੇ, ਅੱਜ ਸਾਨੂੰ ਜੇ ਉਹ ਚੀਜ਼ਾਂ ਪਤਾ ਨੇ ਤਾਂ ਪਤਾ ਨੇ ਕਿਉਂਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਨੇ ਹੈਨਾ। ਜਦੋਂ ਉਹਨਾਂ ਨੂੰ ਅੰਕਿਤ ਕਰਨ ਦੀ ਗੱਲ ਆਈ, ਉਹਨਾਂ ਨੂੰ ਜੁਗੋ ਜੁਗ ਅਟੱਲ ਕਰਨ ਦੀ ਗੱਲ ਆਈ, ਉਸ ਸਮੇਂ ਜੇ ਉਹ ਸੰਸਕ੍ਰਿਤ 'ਚ ਲਿਖੀਆਂ ਜਾਂਦੀਆਂ, ਤੇ ਸੰਸਕ੍ਰਿਤ ਤਾਂ ਸੀਗੀ ਦੇਵਾਂ ਦੀ ਭਾਸ਼ਾ, ਤੇ ਉਹ ਪੜ੍ਹਾਈ ਜਾਂਦੀ ਸੀ ਗੁਰੂਕੁਲਾਂ 'ਚ, ਤਾਂ ਗੁਰੂ ਗ੍ਰੰਥ ਸਾਹਿਬ ਤੇ ਸਿੱਧਾ ਅਧਿਕਾਰ ਜਿਹੜਾ ਆ ਉਹ ਪਾਂਡੇ ਦਾ ਹੋ ਗਿਆ ਹੈਨਾ। ਤੇ ਉਹ ਭਾਸ਼ਾ ਫਿਰ ਸਾਡੇ ਵਰਗੇ, ਮੇਰੇ ਵਰਗੇ, ਮੈਂ ਜੇ ਕਹਾਂ ਅੱਜ ਦੇ ਟਾਈਮ 'ਚ ਕੋਈ ਉੱਚਾ ਹੋਵੇ, ਨੀਵਾਂ ਹੋਵੇ, ਗਰੀਬ ਹੋਵੇ, ਬਾਬਾ ਨਾਮਦੇਵ ਜੀ ਜਿਨ੍ਹਾਂ ਨੂੰ ਲੱਤ ਮਾਰ ਕੇ ਪੰਡਤ ਨੇ ਮੰਦਿਰ ਤੋਂ ਬਾਹਰ ਸੁੱਟਤਾ ਹੈਨਾ, ਉਹ ਬਾਬਾ ਨਾਮਦੇਵ ਜੀ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਰਾਜਮਾਨ ਨੇ। ਤੇ ਉਹ ਜਿਹੜੀ ਹੈਗੀ ਹੈ ਨਾ ਦੇਵਾਂ ਦੀ ਭਾਸ਼ਾ, ਤਾਂ ਉਸ ਤੋਂ ਅਲੱਗ ਗੁਰੂ ਸਾਹਿਬ ਨੇ ਇੱਕ ਭਾਸ਼ਾ ਘੜੀ ਜਿਹੜੀ ਕਿ ਸੀ ਗਰੀਬਾਂ ਦੀ ਭਾਸ਼ਾ, ਜਿਹੜੀ ਸੀ ਆਮ ਲੋਕਾਂ ਦੀ ਭਾਸ਼ਾ, ਜਿਹੜੀ ਜਿਨ੍ਹਾਂ ਨੂੰ ਹੱਕ ਨਹੀਂ ਦਿੱਤੇ ਗਏ, ਜਿਨ੍ਹਾਂ ਨੂੰ 5000 ਸਾਲ ਪੜ੍ਹਨ ਦਾ ਹੱਕ ਨਹੀਂ ਸੀ, ਇਹ ਉਹਨਾਂ ਦੀ ਭਾਸ਼ਾ ਆ। ਜਦੋਂ ਲੋਕਾਂ ਨੂੰ ਉਹਨਾਂ ਦੇ ਅਧਿਕਾਰ ਮਿਲੇ, ਤੇ ਅੱਜ ਦੇ ਟਾਈਮ 'ਚ ਗੱਲ ਇੱਥੇ ਪਹੁੰਚ ਗਈ ਆ ਕਿ ਜਦੋਂ ਸਾਡੇ ਬੱਚਿਆਂ ਨੂੰ ਜੇ ਅਸੀਂ ਜਪਜੀ ਸਾਹਿਬ ਵੀ ਪੜ੍ਹਾ ਲਈਏ ਹੈਨਾ, ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਦੀ ਗੱਲ ਕਰੀਏ, ਤੇ ਉੱਥੇ ਮਹੱਲਾ ਪਹਿਲਾ, ਮਹੱਲਾ ਦੂਜਾ, ਗੁਰੂਆਂ ਨੂੰ ਮਹੱਲੇ ਦੇ ਹਿਸਾਬ ਨਾਲ ਸੰਬੋਧਨ ਕੀਤਾ ਜਾਂਦਾ। ਗੱਲ ਇੱਥੇ ਆ ਗਈ ਹੈ ਕਿ ਉਹ ਦੇਸੀ ਜਿਹੜੀ ਲਿਖਾਈ ਆ ਉਹਦੇ 'ਚ ਜੇ ਬੱਚਿਆਂ ਨੂੰ ਪੁੱਛ ਲਿਆ ਜਾਵੇ ਨਾ ਕਿ ਮਹੱਲਾ ਤੀਜਾ ਕਿਹੜਾ ਜਾਂ ਮਹੱਲਾ ਚੌਥਾ ਕਿਹੜਾ, ਅਸੀਂ ਉੱਥੇ ਆ ਚੁੱਕੇ ਹਾਂ, ਸਾਨੂੰ ਉਹ ਵੀ ਨਹੀਂ ਪਤਾ। 79 89 ਸਾਨੂੰ ਉਹ ਭੁੱਲ ਚੁੱਕਿਆ। ਇਹ ਕਤਲ ਹੈਗਾ ਸਿੱਧੇ ਸੱਦੇ ਤਰੀਕੇ ਨਾਲ ਜੇ ਦੇਖਿਆ ਜਾਵੇ ਨਾ। ਇਹ ਜਿਹੜੀ ਉਹ ਗੁਰਮਤ ਹੈਗੀ ਹੈ, ਜਿਹੜਾ ਉਹ ਗੁਰੂ ਸਾਹਿਬ ਦੀ ਕ੍ਰਾਂਤੀ ਸੀ, ਗੁਰੂ ਸਾਹਿਬ ਨੇ ਕੋਈ ਕ੍ਰਾਂਤੀ ਸ਼ੁਰੂ ਕੀਤੀ ਸੀ, ਇਹ ਸਿੱਧਾ ਉਹਦਾ ਕਤਲ ਹੈ। ਅੱਜ ਪੰਜਾਬੀ ਕਤਲ ਹੋ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਅੱਜ ਮੰਨ ਲਓ ਮੇਰੀ 2 ਪੀੜ੍ਹੀਆਂ ਜਾਂ 3 ਪੀੜ੍ਹੀਆਂ ਬਾਅਦ ਮੇਰੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ। ਜੇ ਉਹਨਾਂ ਨੂੰ ਪੰਜਾਬੀ ਪੜ੍ਹਨੀ ਨਹੀਂ ਆਊਗੀ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੂਗਾ ਕੌਣ? ਜਪਜੀ ਸਾਹਿਬ ਦੇ ਵਿੱਚ ਗੁਰੂ ਸਾਹਿਬ ਪਾਂਡੇ ਨੂੰ ਪੁੱਛਦੇ ਨੇ, ਧੌਲੇ ਉੱਤੇ ਕੀਤਾ ਭਾਰ, ਧਰਤੀ ਹੋਰ ਪਰੇ ਹੋਰ ਤਿਸਦੇ ਭਾਰ ਤਲੇ ਕਵਣਜੋਰ। ਇਹ 500 ਸਾਲ ਪਹਿਲਾਂ ਗੁਰੂ ਸਾਹਿਬ ਨੇ ਪੁੱਛਿਆ। ਧੌਲਾ ਮਤਲਬ ਬਲਦ। ਪੰਡਤ ਕਹਿੰਦਾ ਹੈ ਕਿ ਬਲਦ ਦੇ ਸਿੰਘਾਂ ਧੌਲੇ ਉੱਤੇ ਕੀਤਾ ਭਾਰ, ਬਲਦ ਦੇ ਸਿੰਘਾਂ ਤੇ ਧਰਤੀ ਖੜੀ ਆ, ਧੌਲੇ ਉੱਤੇ ਕੀਤਾ ਭਾਰ, ਧਰਤੀ ਹੋਰ ਪਰੇ ਹੋਰ। ਆਸਮਾਨ 'ਚ ਹੋਰ ਬਹੁਤ ਸਾਰੀਆਂ ਅਣਗਿਣਤ ਧਰਤੀਆਂ ਨੇ ਜਿਹੜੀ ਨਾਸਾ ਅੱਜ ਦੱਸਦੀ ਆ। ਧੌਲੇ ਉੱਤੇ ਕੀਤਾ ਭਾਰ, ਤੂੰ ਕਹਿੰਦਾ ਵੀ ਧੌਲੇ ਦੇ ਸਿਰ ਦੇ ਉੱਤੇ ਧਰਤੀ ਖੜੀ ਆ, ਤੇ ਧੌਲਾ ਜਿਹੜਾ ਆ ਬਲਦ ਜਿਹੜਾ ਉਹ ਕੱਛੂ ਦੇ ਉੱਤੇ ਖੜਿਆ ਹੈਨਾ। ਉਹ ਜਿਹੜਾ ਆ ਤੇ ਹੋਰ ਜਿਹੜੀਆਂ ਅਨੇਕਾਂ ਧਰਤੀਆਂ, ਉੱਥੇ ਕਿਹੜੇ ਬਲਦ ਖੜੇ ਨੇ, ਕਿਹੜੇ ਕੱਛੂ ਖੜੇ ਨੇ, ਕਿਹੜੇ ਸਮੁੰਦਰ ਨੇ, ਇਹ 16ਵੀਂ ਪੌੜੀ ਦੇ ਵਿੱਚ ਜਪਜੀ ਸਾਹਿਬ 'ਚ ਗੁਰੂ ਸਾਹਿਬ ਪੁੱਛ ਲੈਂਦੇ ਨੇ। ਤੇ ਜਦੋਂ ਅੱਜ ਤੋਂ 3 ਪੀੜ੍ਹੀਆਂ ਬਾਅਦ 4 ਪੀੜ੍ਹੀਆਂ ਬਾਅਦ ਸਾਡੇ ਬੱਚਿਆਂ ਨੂੰ ਪੰਜਾਬੀ ਪੜ੍ਹਨ ਦਾ ਹੀ ਨਹੀਂ ਪਤਾ ਹੋਊਗਾ, ਤੇ ਉਹ ਇਹ ਸਵਾਲ ਕਿੱਥੋਂ ਪੁੱਛਣਗੇ ਤੇ ਕਿਹਨੂੰ ਪੁੱਛਣਗੇ? ਸਿੱਧਾ ਕਤਲ ਆ ਜੀ। ਬਿਲਕੁਲ, ਮੈਂ ਗੱਲ ਵੀ ਕੀਤੀ ਹੈ ਅੰਦਰ ਜਾ ਕੇ। ਉਹ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਨਾ ਤਮਿਲ ਬਿਲਕੁਲ ਅਲਾਉਡ ਹੀ ਨਹੀਂ ਹੈ। ਨਹੀਂ, ਤਮਿਲ ਬੋਲਦੇ ਆ, ਮਾਫ ਕਰਨਾ, ਤਮਿਲ ਬੋਲਦੇ ਆ, ਹਿੰਦੀ ਬਿਲਕੁਲ ਅਲਾਉਡ ਨਹੀਂ ਆ। ਯਾਨੀ ਕਿ ਸਾਡੇ ਸਕੂਲ ਦੇ ਵਿੱਚ ਜੇਕਰ ਗੱਲ ਕਰੀਏ ਤੇ ਬੱਚਿਆਂ ਨੂੰ ਪੜਾਇਆ ਜਾਂਦਾ ਹੈ, ਪ੍ਰਾਇੋਰਟੀ ਦਿੱਤੀ ਜਾਂਦੀ ਹੈ ਹਿੰਦੀ ਨੂੰ। ਘਰ ਦੇ ਵਿੱਚ ਵੀ ਹਿੰਦੀ ਬੋਲਦੇ ਨੇ, ਇਸ ਤੇ ਕੀ ਕਹੋ? ਉਹ ਆਪਣੀਆਂ ਰੂਟਸ ਨਾਲ, ਮੈਂ ਆਹੀ ਗੱਲ ਜਿਹੜੀ ਮੈਂ ਕੀਤੀ, 500 ਸਾਲ ਪੁਰਾਣੀਆਂ ਸਾਡੀਆਂ ਰੂਟਸ ਆ ਨਾ। ਗੁਰੂ ਸਾਹਿਬ ਨੇ ਸਾਨੂੰ ਬਖਸ਼ ਕੀਤੀ, ਇੱਕ ਸਾਨੂੰ ਆਪਣੀ ਅਲੱਗ ਤੋਂ ਭਾਸ਼ਾ ਬਣਾ ਕੇ ਦਿੱਤੀ ਜਦੋਂ ਸਾਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ। ਉਹ ਸਾਡੀਆਂ ਰੂਟਸ ਆ ਨਾ। ਇਹ ਤਮਿਲਸ ਆਪਣੀਆਂ ਰੂਟਸ ਨਾਲ ਜੁੜੇ ਹੋਏ ਨੇ। ਜਦੋਂ ਆਪਣੀ ਭਾਸ਼ਾ ਨਾਲ ਜੁੜੇ ਹੋਏ ਨੇ, ਆਪਣੇ ਪਿਛੋਕੜ ਨਾਲ ਜੁੜੇ ਰਹਿਣਗੇ। ਭਾਸ਼ਾ ਟੁੱਟ ਗਈ, ਪਿਛੋਕੜ ਟੁੱਟ ਗਿਆ, ਸੰਸਕ੍ਰਿਤੀ ਟੁੱਟ ਗਈ, ਉਹ ਸਾਰਾ ਕੁਝ ਹੀ ਕਲੈਪਸ ਹੋ ਜਾਂਦਾ। ਸਾਰਾ ਉਹ ਜਿਹੜਾ ਇੱਕ ਮੈਂ ਕਹਾਂਗਾ ਗੁਰੂ ਸਾਹਿਬ ਨੇ ਸਾਡੇ ਲਈ ਇੱਕ ਮਹਿਲ ਸਿਰਜ ਦਿੱਤਾ ਹੈਨਾ, ਉਹ ਸਾਰਾ ਹੀ ਕਲੈਪਸ ਹੋ ਜਾਂਦਾ। ਤੇ ਇਹ ਇੱਕ ਭਾਸ਼ਾ ਦਾ ਕਤਲ ਨਹੀਂ ਆ, ਇਹ ਸਿੱਧੇ ਪੂਰੀ ਆਈਡੀਓਲੋਜੀ ਦਾ ਕਤਲ ਆ ਜੀ। ਬਿਲਕੁਲ। ਤਾਂ ਇੱਥੇ ਤੁਹਾਨੂੰ ਬੋਰਡ ਵੀ ਦਿਖਾਈਆਂ ਆਪਾਂ ਕਿ ਕਿਸ ਤਰੀਕੇ ਦੇ ਨਾਲ ਬੋਰਡਾਂ ਦੇ ਉੱਪਰ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ, ਕੋਈ ਵੀ ਪੰਜਾਬੀ ਦੇ ਵਿੱਚ ਨਹੀਂ ਲਿਖਿਆ ਹੋਇਆ, ਲੇਕਿਨ ਇੱਥੇ ਤਮਿਲ ਭਾਸ਼ਾ ਯਾਨੀ ਮਾਂ ਬੋਲੀ ਨੂੰ ਇੱਥੇ ਪ੍ਰਮੋਟ ਕੀਤਾ ਜਾ ਰਿਹਾ। ਯਾਨੀ ਕਿ ਸਾਫ਼ ਨਜ਼ਰ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੀ, ਚੰਡੀਗੜ੍ਹ ਦੇ ਵਿੱਚ ਜੋ ਬੋਰਡ ਲੱਗਣੇ ਚਾਹੀਦੇ ਆ ਪੰਜਾਬੀ ਦੇ ਵਿੱਚ, ਉਹ ਬੋਰਡ ਨਹੀਂ ਲੱਗ ਰਹੇ ਤੇ ਪੰਜਾਬੀ ਮਾਂ ਬੋਲੀ ਜੋ ਉਹ ਕਿਤੇ ਨਾ ਕਿਤੇ ਗਵਾਚਦੀ ਹੋਈ ਨਜ਼ਰ ਆ ਰਹੀ ਹੈ। ਕੈਮਰਾਮੈਨ ਮੋਹਨ ਦੇ ਨਾਲ ਮੈਂ ਕਵਿਤਾ, ਸਤਿ ਸ਼੍ਰੀ ਅਕਾਲ।